ਤੁਸੀਂ 30 32 35 ਤੇ ਜਾ ਰਹੇ ਹੋ, ਤੁਸੀਂ ਕਲਚ ਨਾਪ ਲਿਆ, ਗੇਅਰ ਪਾਓਗੇ, ਤੀਜੇ 'ਚ ਨਹੀਂ ਪੈਣਾ। ਅੱਛਾ ਜੀ। ਉਹ ਕੁਰ ਕੁਰ ਕਰੀ ਰੱਖੇਗਾ। ਜਦੋਂ ਉਹਦੇ ਬਰਾਬਰ ਕਿਤੇ ਸਪੀਡ ਆਊਗੀ ਨਾ, ਲੋ ਹੋਊਗੀ, ਥੱਲੇ ਹੋਊਗਾ, ਉਦੋਂ ਸ਼ਿਫਟਰ ਫਸੂਗਾ। ਅਸਲ ਵਿੱਚ ਸਿੱਧੇ ਐਕਸਲਾਂ ਦਾ ਨਾ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਸਾਡੇ ਫਾਰਮਰ ਜਿਹੜੇ ਨੇ ਉਹਨਾਂ ਨੂੰ ਸਿੱਧੇ ਐਕਸਲਾਂ ਦੀ ਪਤਾ ਨਹੀਂ ਕਿਉਂ ਲੋੜ ਆ। ਮਸਲਾ ਤਾਂ ਇਹ ਹੀ ਸੀਗਾ ਵੀ ਜਿਹੜੀ ਕੋਲੋਂ ਸਿੱਧੇ ਐਕਸਲ ਮੰਗਦੇ ਸੀ ਵੀ ਜੀ ਟਿਊਬਾਂ ਨਾ ਟੁੱਟਣ, ਤੇ ਜੇ ਉਹ ਨਹੀਂ ਮੁਹੱਬਤ ਅਲੀ ਸਾਹਿਬ ਟੁੱਟਦੀਆਂ, ਉਹ ਕਹਿੰਦੇ ਵੀ ਸਾਡੀ ਨਹੀਂ ਟੁੱਟੂਗੀ, ਅਸੀਂ ਗਰੰਟੀ ਦਿੰਨੇ ਆ। ਤੇ ਫਿਰ ਤਾਂ ਰੌਲਾ ਦੇ ਪਿੱਛੇ ਕੋਈ ਨਹੀਂ ਵੀ ਸਿੱਧੀਆਂ ਟਿਊਬਾਂ ਨੂੰ ਆਪਾਂ ਕੀ ਕਰਨਾ ਹੈ। 8-10 ਤਾਂ ਤਬਦੀਲੀਆਂ ਬਾਹਰੋਂ ਬਾਹਰ ਨਾ ਜਿਹੜੀਆਂ ਵਾਜ਼ਿਆ ਹੈ, ਜਿਹਦੇ ਵਿੱਚ ਲਿਫਟੋਮੈਟਿਕ ਰੋਲ ਕਰ ਦੇਣਾ, ਕਲਰ ਨੂੰ ਤਬਦੀਲ ਕਰ ਦੇਣਾ, ਸਟicker ਚੇਂਜ ਕਰ ਦੇਣਾ, ਫੈਨ ਬੈਲਟ ਦੀ ਪੁਲੀ ਨੂੰ ਤਬਦੀਲ ਕਰ ਦੇਣਾ, ਪਰਦੇ ਜਿਹੜੇ ਪਰ ਨੇ ਸਕਿੰਗ ਕਰਦੇ ਨੇ ਨਾ ਉਹ ਹਵਾ ਨੂੰ, ਉਹ ਵਧਾ ਦੇਣਾ, ਪੁਲੀ ਛੋਟੀ ਕਰਕੇ ਉਹਦੇ ਚੱਕਰ ਤੇਜ਼ ਕਰ ਦੇਣਾ, ਟਰਨਿੰਗ ਰੇਡੀਅਸ ਜਿਹੜਾ ਵਧਾ ਦੇਣਾ, ਜੈਕ ਦਾ ਜਿਹੜਾ ਮੂਵ ਕਰਨ ਵਾਲਾ ਸਿਸਟਮ, ਯਾਨੀ ਇਹ ਸਾਰੀਆਂ ਤਬਦੀਲੀਆਂ 10-12 ਦਾ ਤਕਰੀਬਨ। अस्सलाम वालेकुम दोस्तों, अपना चैनल पीके दे खुश आमदीद कहने जी सारे भरावां नूं। अज मौजूद हाँ जी एक्सपो सेंटर लाहौर। संधू साहब अज साडे नाल मौजूद ने, माशाअल्लाह ट्रैक्टरां बारे बड़ा बखूबी जानते हैं। इन्हां नूं अज पुछना कि जिहड़े मैसी यूजर ने 850 दे आउण नाल की उन्हां नूं कोई हिल जुल होएगी, वो की आया कि इहनूं चैक करनगे, गलबात करदे। अस्सलाम वालेकुम जी। जी वालेकुम सलाम भाई। संधू साहब की हाल ठीक ठाक हो? अल्लाह दा वीर जी माशाअल्लाह 850 अजकल बड़ियां जी इहदे ट्रेंडिंग ते चल रहा है। 850 ਦੀਆਂ ਭਾਈ ਬੜੀਆਂ ਧੁੰਮਾਂ ਨੇ। ਤੇ ਸੰਧੂ ਸਾਹਿਬ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਹੈ, ਆਇਆ ਕਿ ਜਿਹੜੇ ਹੁਣ ਟਰਾਲੀ ਯੂਜ਼ਰ ਨੇ ਜਾਂ ਜਿਹੜੇ ਪਹਿਲੇ ਮੈਸੀ ਦੇ ਯੂਜ਼ਰ ਨੇ, ਪੱਕੇ ਉਹਦੇ ਯੂਜ਼ਰ ਨੇ, ਕਿ 850 ਦੇ ਆਉਣ ਨਾਲ ਤੇ ਕੋਈ ਕਣ ਤੇ ਜੂਨ ਹੈਗੀ ਹੈ ਕਿ ਨਹੀਂ? ਇਸ ਬਾਰੇ ਤੁਹਾਡੀ ਕੀ ਗਿਆ? ਭਾਈ ਦੇਖੋ, ਨਿਊਜ਼ੀਲੈਂਡ ਦੇ ਕੋਲ ਜਿਹੜਾ ਨਾ 850 ਜਿਹੜਾ ਨੇ ਲਾਂਚ ਕੀਤਾ 85 HP ਦਾ ਟਰੈਕਟਰ ਹੈ ਜੀ ਜੀ। ਕੰਪਨੀ ਦੇ ਕੋਲ ਪਹਿਲੇ ਵੀ ਜਿਹੜਾ ਨਾ ਬਹੁਤ ਦੇਰ ਦਾ ਇਹਨਾਂ ਦਾ 85 HP ਕੈਟਾਗਰੀ ਦਾ ਇਹਨਾਂ ਦਾ ਕੰਪੀਟੀਸ਼ਨ ਚ ਸੀਗਾ ਕੰਮ। ਜੀ ਜੀ। ਇਹ ਟਰੈਕਟਰ ਆਉਣ ਤੋਂ ਬਾਅਦ ਇੱਕ ਮਾਰਕੀਟ ਦੇ ਵਿੱਚ ਨਾ ਚੰਗੀ ਹਲਚਲ ਮਚੀ। ਹਾਂ, ਹਲਚਲ ਉਦੋਂ ਹੀ ਮਚਦੀ ਹੈ ਜਦੋਂ ਕੋਈ ਸ਼ੈ ਹੋਵੇ। ਮੱਚਦੀ। ਕੰਪਨੀ ਜਿਹੜੀਆਂ ਚੀਜ਼ਾਂ ਕਲੇਮ ਕਰ ਰਹੀ ਹੈ ਨਾ, ਉਹ ਦੱਸ ਵੀ ਰਹੀ ਹੈ, ਉਂਗਲ ਰੱਖ ਕੇ ਦਿਖਾਉਣ ਵੀ ਰਹੀ ਹੈ ਵੀ ਅਸੀਂ ਆਹ ਬਦਲਿਆ ਤੇ ਆਹ ਬਦਲਿਆ। ਬਾਕੀ ਜਿਹੜੇ ਫਾਰਮਰਾਂ ਕੋਲ ਭਾਈ ਚਲੇ ਗਏ ਨੇ ਨਾ, ਹਾਲ ਦੀ ਘੜੀ ਤੱਕ ਜੋ ਰਿਵਿਊ ਮੈਂ ਰਿਕਾਰਡ ਕੀਤੇ ਨੇ ਬਹੁਤ ਅੱਛੇ, ਬਹੁਤ ਅੱਛੇ, ਲੋਕ ਬੜਾ ਪਸੰਦ ਕਰ ਰਹੇ ਨੇ। ਜੀ ਜੀ। ਹਾਂਜੀ, ਮੈਂ ਸਵਾਲ ਆਪਣਾ ਫੇਰ ਦੂਜੇ ਪਾਸੇ ਆ ਗਿਆ। ਟਰਾਲੀ ਜਿਹੜੇ ਮੈਸੀ ਦੇ ਯੂਜ਼ਰ ਨੇ, ਜੀ ਜੀ, ਜਿਹੜੇ ਮੈਸੀ ਦੇ ਯੂਜ਼ਰ ਨੇ, ਹਾਂ, ਕੀ 850 ਦਾ ਸੋਚਣਗੇ ਲੈਣ ਦਾ? ਕਿਉਂਕਿ ਜ਼ਿਮੀਂਦਾਰ ਜਿਹੜੇ ਨਾ ਟਰਾਲੀ ਯੂਜ਼ਰ ਇਸਤੇਮਾਲ ਕਰਦੇ, ਜਿਹੜੇ ਮੈਸੀ ਜ਼ਿਆਦਾਤਰ ਉਹ ਸਿੱਧੀਆਂ ਟਿਊਬਾਂ ਦਾ ਕਰਕੇ ਕਹਿ ਰਹੇ ਸੀਗੇ। ਭਾਈ ਪਤਾ ਕੀ ਗੱਲ ਆ, ਹੁਣ ਮੈਂ ਤੁਹਾਨੂੰ ਦੱਸਦਾ ਇਧਰ ਆ ਜਾਓ। ਅਸਲ ਵਿੱਚ ਸਿੱਧੇ ਐਕਸਲਾਂ ਦਾ ਨਾ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਸਾਡੇ ਫਾਰਮਰ ਜਿਹੜੇ ਨੇ ਉਹਨਾਂ ਨੂੰ ਸਿੱਧੇ ਐਕਸਲਾਂ ਦੀ ਪਤਾ ਨਹੀਂ ਕਿਉਂ ਲੋੜ ਆ। ਸ਼ਾਇਦ ਉਹਨਾਂ ਦੀ ਇਸ ਗੱਲੋਂ ਲੋੜ ਆ ਵੀ ਉਹ ਪਹਿਲੇ ਡਿਸਾਰਡ ਰਹੇ ਆ ਨਿਊਜ਼ੀਲੈਂਡ ਕੰਪਨੀ ਤੋਂ ਕਿ ਇਹਨਾਂ ਦੀ ਟਿਊਬਾਂ ਦਾ ਇਸ਼ੂ ਆਉਂਦਾ ਸੀਗਾ। ਬਿਲਕੁਲ ਠੀਕ ਹੈ। ਦੇਖੋ ਸਿੱਧੀ ਗੱਲ ਕਰੀਏ, ਜਿਹੜੀ ਜੈਨੂਇਨ ਗੱਲ ਆ, ਮਸਲਾ ਵੀ ਇਹੀ ਸੀ। ਹੁਣ ਅਗਰ ਦੇਖਿਆ ਜਾਵੇ ਤੇ ਇੰਡੀਆ ਦੇ ਵਿੱਚ ਨਿਊਜ਼ੀਲੈਂਡ ਜਿਹੜਾ 36 30 56 30 ਤੇ ਇਸ ਤਰ੍ਹਾਂ ਕਰਕੇ ਜਿੰਨੇ ਵੀ ਮਾਡਲ ਉਹਨਾਂ ਦੇ ਆ ਰਹੇ ਆ, ਬਿਲਕੁਲ ਬਕੌਲ ਉਹਨਾਂ ਦੇ ਫਾਰਮਰਾਂ ਦੇ, ਉਹ ਕਹਿੰਦੇ ਵੀ ਸਾਡੇ ਪਾਸੇ ਸਿੱਧੇ ਐਕਸਲ ਕਾਮਯਾਬ ਇਹਦੇ ਨਹੀਂ ਹੋਏ, ਅਸੀਂ ਨਹੀਂ ਪਸੰਦ ਕਰਦੇ। ਇਹ ਜਿਹੜੀ ਅਡਕਸ਼ਨ ਸਿਸਟਮ ਉਹਨਾਂ ਨੇ ਦਿੱਤੀ ਹੈ ਨਾ, ਉਹ ਕਹਿੰਦੇ ਇਹਦੇ ਵਿੱਚ ਇਹਦੀ ਖਿਚਾਈ ਜ਼ਿਆਦਾ ਆ ਔਰ ਇਹਦੇ ਵਿੱਚ ਹੀ ਇਹ ਕਾਮਯਾਬ, ਬਿਹਤਰੀਨ ਕਾਮਯਾਬ। ਮਸਲਾ ਤਾਂ ਇਹ ਹੀ ਸੀਗਾ ਵੀ ਜਿਹੜੀ ਕੋਲੋਂ ਸਿੱਧੇ ਐਕਸਲ ਮੰਗਦੇ ਸੀ ਵੀ ਜੀ ਟਿਊਬਾਂ ਨਾ ਟੁੱਟਣ, ਤੇ ਜੇ ਉਹ ਨਹੀਂ ਮੁਹੱਬਤ ਅਲੀ ਸਾਹਿਬ ਟੁੱਟਦੀਆਂ, ਉਹ ਕਹਿੰਦੇ ਵੀ ਸਾਡੀ ਨਹੀਂ ਟੁੱਟੂਗੀ, ਅਸੀਂ ਗਰੰਟੀ ਦਿੰਨੇ ਆ। ਤੇ ਫਿਰ ਤਾਂ ਰੌਲਾ ਦੇ ਪਿੱਛੇ ਕੋਈ ਨਹੀਂ ਵੀ ਸਿੱਧੀਆਂ ਟਿਊਬਾਂ ਨੂੰ ਆਪਾਂ ਕੀ ਕਰਨਾ ਹੈ। ਬਿਲਕੁਲ, ਤੇ ਅਡਕਸ਼ਨ ਚੱਲੀ ਜਾਵੇ। ਮਸਲਾ ਤਾਂ ਫਾਰਮਰ ਨੂੰ ਟੁੱਟਣ ਦਾ ਡਰ ਹੀ ਨਾ, ਵੀ ਟੁੱਟਦੀਆਂ, ਟੁੱਟਣ ਦਾ ਡਰ ਸੀ, ਹੋਰ ਤਾਂ ਕੋਈ ਡਰ ਨਹੀਂ। ਹੋਰ ਇਹਦਾ ਕੰਪਨੀ ਨੇ ਕਹਿਤਾ ਵੀ ਟੁੱਟਣਗੇ, ਅਸੀਂ ਵਾਪਸ ਲਾ। ਕਹਿੰਦੇ ਟੁੱਟਣਗੇ ਨਹੀਂ ਜੀ। ਅੱਛਾ, ਵਾਪਸ ਤਾਂ ਲੈਣਾ ਉਹਨਾਂ ਨੇ ਤਾਂ ਗਾਰੰਟੀ ਦੇ ਦਿੱਤੀ ਨਾ ਜੀ। ਗਾਰੰਟੀ ਇੱਕ ਅਲੱਗ ਚੀਜ਼ ਹੁੰਦੀ ਆ, ਇੱਕ ਕਲੇਮ ਕਰਨਾ ਅਲੱਗ ਹੁੰਦਾ। ਗਾਰੰਟੀ ਤਾਂ ਇਹ ਹੋ ਗਈ ਨਾ, ਉਹਨਾਂ ਨੇ ਕਿਹਾ ਵੀ ਜੇ ਹੁਣ ਜੇ ਟੁੱਟ ਜਾਵੇ, ਕਿਸੇ ਕੋਈ ਵੀ ਸ਼ਾਇਦ ਇਹਨਾਂ ਦੀ ਟੁੱਟ ਜਾਵੇ, ਹੁਣ ਇਹਦਾ ਕਲੇਮ ਆ ਵੀ ਇਹ ਕਰੈਕ ਨਹੀਂ ਹੋਊਗਾ, ਤੇ ਉਹ ਤਾਂ ਕੰਪਨੀ ਤੁਹਾਨੂੰ ਵੈਸੇ ਕਲੇਮ ਦੇ ਦੇਊਗੀ ਨਾ। ਇਦਾਂ ਹੀ ਤੁਹਾਡੀ ਟਿਊਬ ਨੋਕਰ ਹੁੰਦਾ, ਉਹ ਤਾਂ ਮਿਲ ਜਾਊਗੀ ਨਾ। ਲੇਕਿਨ ਕੰਪਨੀ ਕਹਿੰਦੀ ਆ ਵੀ ਹੁਣ ਇਹ ਜਿਹੜਾ ਤੁਹਾਡੇ ਖਿਆਲ ਜ਼ਿਹਨ ਦੇ ਵਿੱਚ ਸੀ ਕਿ ਸਾਡਾ ਟਰੈਕਟਰ ਦੀ ਟਿਊਬ ਟੁੱਟੂਗੀ ਨਹੀਂ, ਮਤਲਬ ਕਿ ਇਤਨਾ ਮਜ਼ਬੂਤ ਅਸੀਂ ਕਰ ਦਿੱਤਾ ਆ ਕਿ ਸਾਡੀ ਟਿਊਬ ਦਾ ਹੁਣ ਤੁਹਾਨੂੰ ਕਲੇਮ ਨਹੀਂ, ਤੁਸੀਂ ਸਾਨੂੰ ਦਿਓ ਹੁਣ। ਯਾਨੀ ਕਲੇਮ ਤਾਂ ਕਹਿੰਦੇ ਅਸੀਂ ਜ਼ੀਰੋ ਕਲੇਮ ਆ, ਸਾਡਾ ਜ਼ੀਰੋ ਕਲੇਮ। ਕਿਉਂਕਿ 2 ਸਾਲ ਦੀ ਹੁਣ ਕੰਪਨੀ ਗਾਰੰਟੀ ਦੇ ਦਿੱਤੀ, 2 ਸਾਲ ਦੀ ਗਾਰੰਟੀ ਸਾਰੇ ਤੋਂ ਦੇ ਹੁੰਦੀ ਹੈ ਨਾ। ਜਦੋਂ ਕੋਈ ਛਪਾਈ ਹੋਵੇ ਤਾਂ ਗਾਰੰਟੀ ਦੇ ਹੁੰਦੀ। ਹੁਣ 2 ਸਾਲ ਦੀ ਗਾਰੰਟੀ ਦੇ ਦੇਣ ਤੇ ਬੰਦੇ ਟੂਪਾਂ ਮੋਢੇ ਤੇ ਚੁੱਕ ਕੇ ਤੇ ਨਿਊਜ਼ੀਲੈਂਡ ਦੇ ਫਾਰਮਰ ਪਹੁੰਚ ਜਾਏਗਾ ਵੀ ਸਰਕਾਰ ਇਹਨੂੰ ਦਿਓ, ਟੂਪਾਂ ਦਿਓ ਸਾਨੂੰ। ਇਹ ਕੁਝ ਹੈ ਤੇ 2 ਸਾਲ ਦੀ ਗਾਰੰਟੀ ਦਿੱਤੀ ਨਾ ਕੰਪਨੀ ਨੂੰ, ਭਰੋਸਾ ਹੈ ਵਾ ਇਹਦੇ ਤੇ। ਬਿਲਕੁਲ ਸਰ, ਉਹਨਾਂ ਨੂੰ ਭਰੋਸਾ ਤੇ ਉਹਨਾਂ ਨੇ ਯਕੀਨ ਨਾਲ ਕਿਹਾ ਨਾ ਵੀ ਸਾਡਾ 2 ਸਾਲ ਤੱਕ ਸਾਡਾ ਹੋ ਗਿਆ ਹੈ। ਸੰਧੂ ਸਾਹਿਬ, ਮੇਨ ਜੀ ਆਪਾਂ ਗੱਲ ਕਰਨੀ ਹੈ, ਤੁਹਾਡਾ ਕੀ ਖਿਆਲ ਹੈ? ਕੰਪਨੀ ਨੇ ਵੀ ਤਬਦੀਲੀਆਂ ਕੀਤੀਆਂ ਨੇ ਦਬੰਗ ਨਾਲੋਂ, ਆ ਸਟicker ਜਾਂ ਰੰਗ ਤੋਂ ਇਲਾਵਾ ਤੁਹਾਡਾ ਕੀ ਖਿਆਲ ਹੈ? ਭਾਈ ਸਟicker ਤੇ ਰੰਗ ਨੂੰ ਤਾਂ ਇੱਕ ਵਾਰੀ ਛੱਡ ਦਿਓ। ਮੈਂ ਕਹਿੰਦਾ ਵੀ ਸਟicker ਤੇ ਰੰਗ, ਫਾਰਮਰ ਕਹਿੰਦਾ ਮੈਨੂੰ ਠੀਕ ਹੈ ਵੀ ਸਟicker ਦੀ ਖੈਰ ਹੈ। ਅਸਲ ਵਿੱਚ ਜਿਹੜਾ ਨਾ, ਇੱਕ ਤਾਂ
ਪੇਂਟ ਨੂੰ ਨਾ ਤੁਸੀਂ ਵੇਖੋ ਵੀ ਪੇਂਟ ਕੀਤਾ ਕਿਹੜੇ ਰੰਗ ਦਾ ਹੈ, ਰੰਗ ਕਿਹੜਾ ਮਰਜ਼ੀ ਹੋਵੇ, ਉਹਨਾਂ ਨੇ ਪੇਂਟ ਕੁਆਲਿਟੀ ਅਪਰੂਵ ਕੀਤੀ ਹੈ ਜਾਂ ਨਹੀਂ ਕੀਤੀ, ਦੇਖਣਾ ਇਹ ਆ। ਬਿਲਕੁਲ ਇਹ ਬੇਸ਼ੱਕ ਦੀ ਕਲੇਜੀ ਕਰ ਦੋ, ਇਹਦਾ ਕੋਈ ਮਸਲਾ ਨਹੀਂ, ਭਾਵੇਂ ਲਾਲ ਕਰ ਦੋ, ਜੋ ਮਰਜ਼ੀ ਕਰ ਦੋ, ਦੇਖਣਾ ਇਹ ਆ ਵੀ ਕਿਆ ਅਪਰੂਵਮੈਂਟ ਹੈ ਕਿ ਨਹੀਂ। ਬਿਲਕੁਲ ਪੇਂਟ ਦੇ ਵਿੱਚ ਅੱਗੇ ਨਾਲੋਂ ਸ਼ਾਈਨ ਹੈ, ਲੈਕਰ ਸ਼ੈਕਰ ਜਾਂ ਜੋ ਵੀ ਇਹਦੇ ਉੱਤੇ ਉਹ ਮਾਰਦੇ ਆ, ਹੱਥ ਨਾਲ ਲੈਕਰ ਯੂਜ਼ ਕਰਦੇ ਨੇ, ਉਹ ਕੀ ਆ, ਪਾਊਡਰ ਕੋਟਿੰਗ ਆ, ਕਿੰਨੇ ਸਟੈਂਡਰਡ ਕੀ ਆ ਇਹਦਾ, ਬਿਲਕੁਲ ਉਹ ਬਿਹਤਰੀਨ ਜ਼ਬਰਦਸਤ ਆ। ਸਾਨੂੰ ਤਾਂ ਬਈ ਪਸੰਦ ਆਇਆ, ਐਵੇਂ ਕਿਉਂ ਕਹੀਏ, ਸਾਨੂੰ ਤਾਂ ਚੰਗਾ ਲੱਗਾ, ਅੱਗੇ ਨਾਲੋਂ ਇੰਪਰੂਵਮੈਂਟ ਹੈ। ਇੰਪਰੂਵਮੈਂਟ ਹੈ। ਕੰਪਨੀ ਦੇ ਆਂਦੀ 116 ਅਸੀਂ ਪਾਰਟਸ ਤਬਦੀਲ ਕਰਤੇ ਨੇ ਇੰਜਨ ਦੇ, ਕੀ ਖਿਆਲ ਹੈ? ਤੁਸੀਂ ਚਲਾਇਆ ਵੀ ਆਪਣੇ ਇਲਾਕੇ ਦੇ ਵਿੱਚ, ਕਾਫੀ ਦਬਾਂਗ ਨਾਲੋਂ ਕੋਈ ਫਰਕ ਮਹਿਸੂਸ ਹੁੰਦਾ ਹੈ? ਮੁਹੱਬਤ ਅਲੀ ਭਾਈ 116 ਪਾਰਟ ਕੰਪਨੀ ਇਦਾਂ ਗਿਣਦੀ ਆ ਮੇਰੀ ਸਮਝ ਵਿੱਚ ਜੀ ਜੀ। ਮੈਂ ਕੰਪਨੀ ਤੋਂ ਨਹੀਂ 1 ਬਾਈ 1 ਤਾਂ ਨਹੀਂ ਆਪਾਂ ਕਹਿ ਸਕਦੇ ਵੀ ਆ ਗਿਣ ਕੇ ਦਿਓ। ਹਾਂਜੀ 116 ਇਦਾਂ ਗਿਣਦੀ ਹੁੰਦੀ ਆ ਵੀ ਮਿਸਾਲ ਦੇ ਤੌਰ ਤੇ ਅਗਰ ਆ ਲਾਈਟ ਦੇ ਵਿੱਚ ਚੇਂਜਿੰਗ ਕੀਤੀ ਆ ਨਾ ਜੀ ਜੀ, ਤੇ ਇਹ ਵੀ ਇੱਕ ਤਬਦੀਲੀ ਆ, ਤਬਦੀਲੀ ਠੀਕ ਹੈ। ਪਾਸ ਇਹ ਜਿਹੜਾ ਚ ਆ ਆ, ਹਾਂ ਇਹ ਜਿਹੜਾ ਆ ਇਹਦੇ ਉੱਤੇ ਅਗਰ ਵਾਈਟ ਆ ਇਹਨੂੰ ਬਲੂ ਕਰ ਦਿੱਤਾ ਵੀ ਇਹ ਵੀ ਇੱਕ ਤਬਦੀਲੀ ਗਿਣੀ ਜਾਂਦੀ। ਤਬਦੀਲੀ ਕਿਹੜੀ ਜੀ? ਸੇਮ ਇਸੇ ਤਰ੍ਹਾਂ ਉਹ ਕਹਿੰਦੇ ਵੀ ਇੰਜਨ ਤੋਂ ਲੱਗ ਕੇ ਅੱਗੇ ਤੱਕ ਹਰ ਚੀਜ਼ ਦੇ ਵਿੱਚ ਅਸੀਂ ਅਗਰ ਚੀਜ਼ਾਂ ਕੁਆਲਿਟੀ ਬਿਹਤਰ ਕੀਤੀ ਆ, ਸਟੀਲ ਵਧਾਇਆ ਵਾ ਜਾਂ ਜੋ ਵੀ ਉਹ ਕਹਿੰਦੇ ਅਸੀਂ ਇਹਦੇ ਵਿੱਚ ਉਹ ਬਿਹਤਰ ਕੀਤਾ ਆ, ਹਾਂਜੀ ਤਾਂ ਮੇਰੀ ਸਮਝ ਤੋਂ ਜੋ ਤਬਦੀਲੀਆਂ ਸੀ ਉਹਨਾਂ ਦੀਆਂ ਗਿਣੀਆਂ 8-10 ਤਾਂ ਤਬਦੀਲੀਆਂ ਬਾਹਰੋਂ ਬਾਹਰ ਆ ਨਾ ਜਿਹੜੀਆਂ ਵਾਜ਼ਿਆ ਹੈ, ਜਿਹਦੇ ਵਿੱਚ ਲਿਫਟੋਮੈਟਿਕ ਰੋਲ ਕਰ ਦੇਣਾ, ਕਲਰ ਨੂੰ ਤਬਦੀਲ ਕਰ ਦੇਣਾ, ਸਟicker ਚੇਂਜ ਕਰ ਦੇਣਾ, ਫੈਨ ਬੈਲਟ ਦੀ ਪੁਲੀ ਨੂੰ ਤਬਦੀਲ ਕਰ ਦੇਣਾ, ਪਰ ਦੇ ਜਿਹੜੇ ਨੇ ਉਹ ਪੱਖੇ ਦੇ ਜਿਹੜੇ ਪਰ ਨੇ ਸਕਿੰਗ ਕਰਦੇ ਨੇ ਨਾ ਉਹ ਹਵਾ ਨੂੰ, ਉਹ ਵਧਾ ਦੇਣਾ, ਪੁਲੀ ਛੋਟੀ ਕਰਕੇ ਉਹਦੇ ਚੱਕਰ ਤੇਜ਼ ਕਰ ਦੇਣਾ, ਟਰਨਿੰਗ ਰੇਡੀਅਸ ਜਿਹੜਾ ਵਧਾ ਦੇਣਾ, ਜੈਕ ਦਾ ਜਿਹੜਾ ਮੂਵ ਕਰਨ ਵਾਲਾ ਸਿਸਟਮ, ਯਾਨੀ ਇਹ ਸਾਰੀਆਂ ਤਬਦੀਲੀਆਂ 10-15 ਦਾ 10-12 ਦਾ ਤਕਰੀਬਨ ਬਾਹਰ ਹੀ ਨੇ, ਬਾਹਰ ਹੀ ਨੇ। ਬਾਕੀ ਕੰਪਨੀ ਅੰਦਰ ਗਿਣਦੀ ਆ ਵੀ ਅਸੀਂ ਆਪਣੇ ਅੰਦਰ ਵੀ ਜਿਹੜੀ ਉਹ ਇੰਪਰੂਵਮੈਂਟ ਕੀਤੀ ਹੈ। ਯਾਸਰ ਭਾਈ ਇਹ ਸੈਂਕਰੋਮੈਸ਼ ਜਿਹੜਾ ਇਹਨਾਂ ਸਿਸਟਮ ਕੀਤਾ ਹੈ, ਕੀ ਖਿਆਲ ਹੈ ਉਹਦਾ? ਕੋਈ ਫਰਕ ਪੈਂਦਾ? ਕਹਿੰਦੇ ਨੇ ਜਿੰਨੀ ਮਰਜ਼ੀ ਸਪੀਡ 'ਚ ਹੋਏ ਤੁਸੀਂ ਗੇਅਰ ਬਦਲਾਓ ਕੋਈ ਫਰਕ ਨਹੀਂ ਪਏਗਾ। ਸੈਂਕਰੋਮੈਸ਼ ਅਸਲ ਮੁਹੱਬਤ ਅਲੀ ਭਾਈ ਕੰਪਨੀ ਕੀ ਆਲਰੇਡੀ ਦੱਸ ਚੁੱਕੀ ਹੈ, ਮੈਂ ਆਪਣੀ ਸਮਝ ਦੇ ਮੁਤਾਬਕ ਇਹ ਦੱਸਦਾ ਵੀ ਉਹ ਜਿੱਦਾਂ ਕਹਿੰਦੇ ਚੌਥੇ ਤੋਂ ਤੀਜੇ ਤੇ ਆਉਣਾ। ਹਾਂਜੀ ਆਮ ਤੌਰ ਤੇ ਜਦੋਂ ਕਿਸੇ ਵੀ ਆਪਾਂ ਗੇਅਰ ਨੂੰ ਜਦੋਂ ਸ਼ਿਫਟ ਕਰਦੇ ਆ ਨਾ, ਜੀ ਜੀ ਜਿਹੜੇ ਕੋ ਆਪਣੇ ਅੱਗੇ ਗੇਅਰ ਆ ਰਹੇ ਨੇ ਜੀ ਜੀ, ਤੇ ਸਾਈਕਲੋਮਿਸ਼ ਆ ਮੇਰੇ ਖਿਆਲ ਅੱਗੇ, ਹਾਂਜੀ ਹੁਣ ਸਾਈਕਰੋਨੇਸ ਆ ਇਦਾਂ ਕਰਕੇ ਕਹਿੰਦੇ ਨੇ, ਸੈਂਕਰੋਮੇਸ਼ ਸੈਂਕਰੋਨਾਈਜ਼ ਹੈ ਹਾਂ ਸੈਂਕਰੋਨਾਈਜ਼ ਆ। ਜੀ ਜੀ, ਤੇ ਉਹਦੇ ਵਿੱਚ ਇਹ ਹੁੰਦਾ ਵੀ ਜਿੰਨੀ ਦੇ ਤੁਹਾਡੀ ਸਪੀਡ ਮੇਨਟੇਨ ਨਹੀਂ ਨਾ ਹੁੰਦੀ ਤੁਸੀਂ ਤਬਦੀਲ ਨਹੀਂ ਕਰ ਸਕਦੇ, ਯਾਨੀ ਉਹ ਤਬਦੀਲ ਕਰਦੇ ਕੁਰ ਕੁਰ ਦੀ ਆਵਾਜ਼ ਆਉਂਦੀ ਆਉਂਦੀ ਕਿਸੇ ਵੀ ਟਰੈਕਟਰ ਦੀ ਲਾ ਲਓ ਤੁਸੀਂ, ਕਿਸੇ ਵੀ ਕੰਪਨੀ ਦਾ, ਉਹ ਕੁਰ ਕੁਰ ਕਰਦਾ। ਕੰਪਨੀ ਕਹਿੰਦੀ ਆ ਵੀ ਹੁਣ ਤੁਸੀਂ ਅਗਰ ਚੌਥੇ ਜਾਂਦੇ ਆ ਨਾ, ਤੁਹਾਨੂੰ ਤੀਜੇ ਜਿੰਨੀ ਸਪੀਡ ਲਿਆਉਣ ਤੇ ਆਉਣ ਦੀ ਜ਼ਰੂਰਤ ਨਹੀਂ, ਅੱਛਾ ਤੁਸੀਂ ਕੱਢ ਕੇ ਤੀਸਰਾ ਪਾ ਕੇ ਕਲੱਚ ਛੱਡ ਦੇਣਾ। ਅੱਛਾ ਜੀ, ਮੋਟਰਸਾਈਕਲ ਦਾ ਕਦੀ ਗੇਅਰ ਕੱਢ ਕੇ ਤੀਜਾ ਪਾਇਆ, ਚੌਥੇ ਚੋਂ ਤੀਜਾ ਪਾਇਆ, ਚੌਥੇ ਦੇ ਵਿੱਚੋਂ ਤੀਸਰੇ ਦੇ ਵਿੱਚ ਗੇਅਰ ਪੈਂਦਾ ਕਿ ਨਹੀਂ ਪੈਂਦਾ? ਪੈ ਜਾਂਦਾ ਗੇਅਰ, ਹੈ ਪੈ ਜਾਂਦਾ ਪੈ ਜਾਂਦਾ ਨਾ, ਹਾਂਜੀ। ਪੈ ਕੇ ਜਦੋਂ ਕਲੱਚ ਛੱਡਦੇ ਹੋ ਥੋੜਾ ਜਿਹਾ ਸਲਿੱਪ ਮਾਰਦਾ, ਟਾਇਰ ਪਿੱਛੇ ਜਾਮ ਹੁੰਦਾ, ਹਾਂਜੀ ਹਾਂਜੀ ਗੇਅਰ ਤਾਂ ਪੈਂਦਾ ਨਾ, ਪੈਂਦਾ ਗੇਅਰ। ਭਾਈ ਇਹਦਾ ਵੀ ਇਦਾਂ ਹੀ ਕਹਿੰਦੇ ਹੋ ਸਾਡਾ ਗੇਅਰ ਪਊਗਾ, ਜਦੋਂ ਗੇਅਰ ਪਊਗਾ ਬ੍ਰੇਕਿੰਗ ਹੋਊਗੀ, ਟਰੈਕਟਰ ਬ੍ਰੇਕ ਵੀ ਹੋਊ। ਤੁਸੀਂ ਟਰਾਲੇ ਤੇ ਜਾਂਦੇ ਪਏ ਆ, ਜੀ ਜੀ, ਅੱਗੇ ਤੁਹਾਡੇ ਕੋਈ ਸ਼ੈ ਆ ਗਈ ਹੈ, ਹਾਂਜੀ ਤੁਹਾਡੀ ਬ੍ਰੇਕ ਲੱਗਦੀ ਪਈ ਹੈ, ਤੁਸੀਂ ਮਜ਼ੀਦ ਬ੍ਰੇਕ ਕਰਨਾ ਚਾਹੁੰਦੇ ਆ, ਤੁਸੀਂ ਕੱਢ ਕੇ ਤੀਜੇ ਦੀ ਲੋੜ, ਤੁਹਾਨੂੰ ਲੱਗਦਾ ਵੀ ਮੈਨੂੰ ਤੇ ਤੀਜਾ ਚਾਹੀਦਾ, ਕਿਉਂ ਰਿੜਿਆ ਜਾਂਦਾ ਆ ਟਰੈਕਟਰ, ਮੇਰਾ ਚੜਾਈ ਚੜਦਾ ਪਿਆ ਜਾਂ ਮੈਂ ਕਿਤੇ ਜਾ ਰਿਹਾ ਤਾਂ ਸਲੋ ਕਰਨਾ ਆ, ਅੱਗੇ ਕੋਈ ਚੀਜ਼ ਆ ਗਈ ਹੈ ਤਾਂ ਤੁਸੀਂ ਤੀਜਾ ਪਾਓਗੇ, ਟਰੈਕਟਰ ਬ੍ਰੇਕ ਵੀ ਕਰੇਗਾ ਤੇ ਗੇਅਰ ਛੋਟੇ 'ਚ ਵੀ ਹੋ ਜਾਏਗਾ। ਅੱਛਾ, ਤੁਹਾਡਾ ਟਰੈਕਟਰ ਨੂੰ ਉਠਾ ਲੈਣਾ ਸੌਖਾ ਹੋ। ਤੇ ਇਸ ਤਰ੍ਹਾਂ ਦੂਸਰੇ ਟਰੈਕਟਰ ਨਹੀਂ ਪੈਂਦੇ ਚੌਥੇ ਤੀਜੇ ਚ? ਨਹੀਂ ਇਦਾਂ ਉਹ ਨਹੀਂ ਹੁੰਦਾ ਭਾਈ, ਤੁਸੀਂ ਚੌਥੇ ਜਾ ਰਹੇ ਹੋ, ਟੌਪ ਸਪੀਡ ਤਕਰੀਬਨ 30-35 ਦੀ ਹੁੰਦੀ ਹੈ, 30-32-35, ਤੁਸੀਂ 30-32-35 ਤੇ ਜਾ ਰਹੇ ਹੋ, ਤੁਸੀਂ ਕਲਚ ਨਾਪ ਲਿਆ, ਗੇਅਰ ਪਾਓਗੇ ਤੀਜੇ 'ਚ ਨਹੀਂ ਪੈਣਾ, ਅੱਛਾ ਜੀ, ਉਹ ਕੁਰ ਕੁਰ ਕਰੀ ਰੱਖੇਗਾ। ਜਦੋਂ ਉਹਦੇ ਬਰਾਬਰ ਕਿਤੇ ਸਪੀਡ ਆਊਗੀ ਨਾ, ਲੋ ਹੋਊਗੀ, ਥੱਲੇ ਹੋਊਗਾ, ਉਦੋਂ ਸ਼ਿਫਟਰ ਫਸੂਗਾ ਵਿੱਚ। ਅੱਛਾ ਅੱਛਾ ਅੱਛਾ, ਅੱਜ ਜੀ ਪਤਾ ਲੱਗਾ ਨਿਚੋੜ ਤੂੰ ਕੱਢਦਾ, ਕਿਉਂਕਿ ਜਟਕੀਆਂ ਗੱਲਾਂ ਜੱਟ ਐਵੇਂ ਸਮਝਦੇ ਨੇ। ਹਾਂਜੀ ਹਾਂਜੀ, ਉਹ ਫਿਰ ਦੱਸਦੇ ਨੇ ਜਿੱਦਾਂ ਨਿਊ ਹੈਲੈਂਡ ਵਾਲੇ, ਉਦਾਂ ਫਿਰ ਬੰਦਿਆਂ ਨੂੰ ਸਮਝ ਨਹੀਂ ਨਾ। ਬਿਲਕੁਲ। ਹੁਣ ਫਾਰਮਰ ਵੈਸੇ ਮੋਸਟਲੀ ਤਾਂ ਪੜਿਆ ਲਿਖਿਆ ਹੀ ਆ, ਪੜਿਆ ਲਿਖਿਆ ਹੁਣ ਬੜੀ, ਲੇਕਿਨ ਅਸੀਂ ਗੱਲਾਂ ਤਾਂ ਇਦਾਂ ਦੀਆਂ ਕਰੀਦੀਆਂ ਆ ਵੀ ਸਾਡੇ ਕੁਝ ਫਾਰਮਰ ਜਿਹੜੇ ਨਾ 5-10% ਉਹਨਾਂ ਨੂੰ ਫਿਰ ਇਦਾਂ ਦੀਆਂ ਗੱਲਾਂ ਦੀ ਸਮਝ ਆ ਜਾਂਦੀ ਆ। ਹੁਣ ਜ਼ਿਆਦਾ ਫਾਰਮਰ ਬਹੁਤ ਸਾਡਾ ਅਕਲਮੰਦ ਨੂੰ ਹਰ ਗੱਲ ਦਾ ਹੀ ਪਤਾ ਹੈ, ਸਮਝ ਲੱਗ ਜਾਂਦੀ ਹੈ। ਹਾਂ ਇਹ ਯਾਸਰ ਭਾਈ, ਇਹ ਲਿਫਟੋ ਦਾ ਜਿਹੜਾ ਨਾ, ਕਈ ਕਹਿੰਦੇ ਹੱਲਾਂ ਫੁੱਲ ਬਹੁਤ ਥੱਲੇ ਨਹੀਂ ਲੱਗਦੀਆਂ ਫੁੱਲ, ਹਾਂ ਕਈ ਕਹਿੰਦੇ ਐਡਜਸਟਮੈਂਟ ਆ ਵੀ ਹੈ ਵੈ ਕੋਈ ਲਿਫਟੋ ਦੀ, ਇਹ ਸਾਦਾ ਨਾ, ਹਾਂ ਇਹ ਸਾਦਾ ਹੈ ਨਹੀਂ, ਇਹ ਹੈਗੀ ਨਾ ਐਡਜਸਟ ਭਾਈ, ਗੋਡੇ ਆਰਮ ਜਿਹੜੇ ਨੂੰ ਆਰਮ ਚ ਆਉਂਦੇ ਆ, ਇਹ ਆਰਮ ਹੁੰਦੇ ਆ, ਤੇ ਇਹ ਜਿਹੜੀ ਹੈ ਇਹਨਾਂ ਤੋਂ ਤੁਸੀਂ ਐਡਜਸਟ ਕਰ ਸਕਦੇ ਆ। ਹਾਂ ਠੀਕ ਹੈ, ਇਹ ਖੁੱਲਦੀਆਂ ਨੇ, ਇਹਨੂੰ ਲੈ ਜਾਓ ਜਿੱਥੇ ਥੱਲੇ ਮਿਲ ਜਾਣਾ, ਕੋਈ ਮੁਸ਼ਕਲ ਨਹੀਂ, ਥੱਲੇ ਜਾਊਗਾ ਭਾਈ, ਕਿਉਂ ਨਹੀਂ ਜਾਊਗਾ। ਉਧਰ ਆ, ਉਧਰ ਆ ਜਾਓ, ਚਲੋ ਆਪਣੇ ਅਲਫਾਜ਼ ਦੇ ਵਿੱਚ ਸਮਝਾਉਣਾ ਜ਼ਿਮੀਂਦਾਰਾਂ ਨੂੰ ਕਿ ਲਿਫਟੋਮੈਟਿਕ ਦਾ ਫਾਇਦਾ ਕੀ ਹੈ। ਇਹ ਜੀ ਲਿਫਟੋਮੈਟਿਕ ਜੀ, ਆ ਭਾਈ ਲਿਫਟੋਮੈਟਿਕ ਆ ਗਿਆ ਤੇ 2-3 ਫਾਇਦੇ ਆ। ਮੁਹੱਬਤ ਅਲੀ ਸਾਹਿਬ ਇੱਧਰ ਦੀ ਆ। ਹਾਂਜੀ ਹਾਂਜੀ ਭਾਈ ਮੁਹੱਬਤ ਅਲੀ, ਮੈਂ ਤਾਂ ਆਪਣੇ ਹਿਸਾਬ ਨਾਲ ਦੱਸਣਾ ਜਿੰਨਾ ਮੈਨੂੰ ਪਤਾ। ਠੀਕ ਹੈ, ਇਹ ਆ ਗਿਆ ਦਾ ਕੰਟਰੋਲ, ਠੀਕ ਹੈ, ਇਹ ਡਰਾਫਟ, ਠੀਕ ਹੈ, ਫਿਰ ਇਹ ਹਲਾ ਹੈ, ਇਹਦਾ ਆ ਗਿਆ ਲਿਫਟੋ,